गुरु रू प्यारी साध संगत जी, वाहिगुरू जी का खालसा वाहिगुरू जी की फतेह। भाई साहब भाई वीर सिंह जी ਦਾ ਇੱਕ ਅਮੋਲਕ ਲੇਖ ਖਾਲਸਾ ਸਮਾਚਾਰ ਵਿੱਚ 13 ਦਸੰਬਰ 1956 ਨੂੰ ਛਪਿਆ ਸੀ। ਇਸ ਵਿੱਚ ਦਮਦਮੀ ਬੀੜ ਦਾ ਜ਼ਿਕਰ ਕੀਤਾ ਗਿਆ ਹੈ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਦਮਦਮੀ ਬੀੜ ਨੂੰ ਗੁਰਤਾ ਗੱਦੀ ਬਖਸ਼ੀ ਸੀ। ਉਸ ਤੋਂ ਪਹਿਲੇ ਭਾਈ ਬੰਨੋਵਾਲੀ ਬੀੜ ਤੇ ਆਦ ਬੀੜ ਵੀ ਮੌਜੂਦ ਸਨ, ਪਰ ਸਤਿਗੁਰਾਂ ਨੇ ਦਮਦਮੀ ਬੀੜ ਨੂੰ ਗੁਰਤਾ ਗੱਦੀ ਬਖਸ਼ੀ। ਸੋ ਇਸ ਲਈ ਉਸ ਦੀ ਜਾਣਕਾਰੀ ਇੱਥੇ ਦਿੱਤੀ ਗਈ ਹੈ, ਜਿਸ ਵਿੱਚ ਕਿ 11 ਉਗਾਈਆਂ ਇਤਿਹਾਸਕਾਰਾਂ ਦੀਆਂ ਦਿੱਤੀਆਂ ਗਈਆਂ ਹਨ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਦਮਦਮੀ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਆਦ ਬੀੜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਚੇ ਕੀਤੀ, ਜਿਸ ਦੀ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਦੁਆਰਾ ਸਿਰੇ ਚੜੀ। ਇਹ ਬੀੜ ਸੰਪੂਰਨ ਹੋਈ ਭਾਦਰੋਂ ਵੱਦੀ ਏਕਮ ਸੰਮਤ 1661 ਬਿਕਰਮੀ ਨੂੰ। ਇਸ ਦਾ ਉਤਾਰਾ ਭਾਈ ਬੰਨੋ ਸਾਹਿਬ ਨੇ ਇਸੇ ਸਮੇਂ ਦੇ ਨੇੜੇ ਕੀਤਾ, ਪਰ ਉਹਨਾਂ ਨੇ ਉਸ ਵਿੱਚ ਪੰਚਮ ਪਾਤਸ਼ਾਹ ਜੀ ਦੀ ਆਦ ਬੀੜ ਨਾਲੋਂ ਕੁਝ ਵਾਅਦੇ ਕਰ ਦਿੱਤੇ ਜੋ ਸਤਿਗੁਰਾਂ ਨੇ ਪ੍ਰਵਾਨ ਨਾ ਕੀਤੇ। ਪਰ ਆਦ ਬੀੜ ਉਤਾਰਿਆਂ ਹਿਤ ਸੁਲਭ ਨਾ ਰਹਿਣ ਕਰਕੇ ਭਾਈ ਬੰਨੋ ਸਾਹਿਬ ਵਾਲੀ ਬੀੜ ਸਿੱਖੀ ਵਿੱਚ ਵਿਸ਼ੇਸ਼ ਤੌਰ ਤੇ ਪ੍ਰਚਾਰ ਪਾ ਗਈ ਤੇ ਸੈਂਕੜੇ ਤੇ ਹਜ਼ਾਰਾਂ ਇਸ ਦੇ ਉਤਾਰੇ ਤੇ ਉਤਾਰਿਆਂ ਦੇ ਉਤਾਰੇ ਹੋਏ। ਭਾਈ ਬੰਨੋ ਸਾਹਿਬ ਜੀ ਦੀ ਬੀੜ ਦੇ ਉਤਾਰਾ ਕਰਨਹਾਰਾਂ ਨੇ ਬੀੜ ਦੇ ਲਿਖਣ ਸਮੇਂ ਇਸ ਵਿੱਚ ਚੋਖੇ ਫਰਕ ਪਾ ਦਿੱਤੇ, ਜੋ ਇਸ ਬੀੜ ਨੂੰ ਆਦ ਬੀੜ ਤੋਂ ਚੋਖਾ ਦੂਰ ਲੈ ਗਏ। ਕਲਗੀਧਰ ਪਾਤਸ਼ਾਹ ਜਦ ਜੰਗਾਂ ਜੁੱਧਾਂ ਤੋਂ ਵੇਲੇ ਹੋ ਕੇ ਦਮਦਮੇ ਸਾਹਿਬ ਪਧਾਰੇ, ਇਹ ਸੰਮਤ 1762-63 ਦੀ ਗੱਲ ਹੈ, ਤੇ ਆਪ ਉੱਥੇ ਟਿਕ ਕੇ 9 ਮਹੀਨੇ 9 ਦਿਨ ਰਹੇ। ਤਾਂ ਇਸ ਅਰਸੇ ਵਿੱਚ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਤਮ ਸੰਪੂਰਨ ਰੂਪ ਭਾਈ ਮਨੀ ਸਿੰਘ ਜੀ ਦੁਆਰਾ ਤਿਆਰ ਕਰਵਾਇਆ, ਤੇ ਇਹ ਭਾਈ ਬੰਨੋ ਜੀ ਦੀ ਬੀੜ ਦੇ ਆਧਾਰ ਤੇ ਨਹੀਂ, ਪਰ ਪੰਚਮ ਪਾਤਸ਼ਾਹ ਜੀ ਦੀ ਪਵਿੱਤਰ ਆਦ ਬੀੜ ਦੇ ਆਧਾਰ ਤੇ ਰਚਿਆ। 9ਵੇਂ ਪਾਤਸ਼ਾਹ ਦੀ ਬਾਣੀ, ਸ਼ਬਦ ਤੇ ਸਲੋਕ ਸ਼ੁੱਧ ਸਰੂਪ ਵਿੱਚ ਇਸ ਵਿੱਚ ਵਧਾਏ ਤੇ ਬੀੜ ਨੂੰ ਸੰਪੂਰਨਤਾ ਦਿੱਤੀ। ਜੋ ਬੀੜ ਆਪ ਨੇ ਇਸ ਅਸਥਾਨ ਤੇ ਤਿਆਰ ਕੀਤੀ, ਇਸੇ ਨੂੰ ਆਪਣੇ ਜੋਤੀ ਜੋਤ ਸਮਾਉਣ ਸਮੇਂ ਗੁਰਤਾ ਗੱਦੀ ਪਰ ਅਸਥਾਪਨ ਕੀਤਾ। ਇਹ ਦਮਦਮੀ ਬੀੜ ਅਖਵਾਈ ਤੇ ਗੁਰਤਾ ਗੱਦੀ ਦੇਣ ਦੇ ਸਮੇਂ 1765 ਬਿਕਰਮੀ ਯਾਨੀ 1708 ਈਸਵੀ ਤੋਂ ਹੁਣ ਤੱਕ ਇਹੋ ਗੁਰੂ ਸਰੂਪ ਵਿੱਚ ਪੂਜੀ ਤੇ ਪੰਥ ਵਿੱਚ ਗੁਰਤਾ ਦੇ ਸਿੰਘਾਸਣ ਤੇ ਬਿਰਾਜਮਾਨ ਮੰਨੀ ਜਾਂਦੀ ਹੈ, ਤੇ ਇਸੇ ਦਾ ਘਰ ਘਰ ਪ੍ਰਚਾਰ ਹੋ ਰਿਹਾ ਹੈ। ਦਮਦਮੀ ਬੀੜ ਦੇ ਰਚਣ ਅਤੇ ਇਸ ਨੂੰ ਦਸ਼ਮੇਸ਼ ਦੁਆਰਾ ਗੁਰਤਾ ਗੱਦੀ ਪ੍ਰਾਪਤ ਹੋਣ ਦੀਆਂ ਇਤਿਹਾਸਕ ਸਾਖਾਂ ਮੌਜੂਦ ਹਨ। ਗੁਰਬਿਲਾਸ ਪਾਤਸ਼ਾਹੀ 6ਵੀਂ, ਜੋ ਇੱਕ ਪੁਰਾਤਨ ਰਚਨਾ ਹੈ, ਵਿੱਚ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਸਿੱਖਾਂ ਵੱਲੋਂ ਪ੍ਰਸ਼ਨ ਹੋਣ ਤੇ ਭਵਿੱਖਤ ਦੀ ਵਾਰਤਾ ਸਿੱਖਾਂ ਨੂੰ ਸੁਣਾਉਂਦੇ ਹੋਏ ਫਰਮਾਉਂਦੇ ਹਨ ਕਿ ਜਦੋਂ ਅਸੀਂ 10ਵਾਂ ਸਰੂਪ ਧਾਰਨ ਕਰਾਂਗੇ, ਜੁੱਧਾਂ ਜੰਗਾਂ ਤੋਂ ਵੇਲੇ ਹੋ ਕੇ ਮਾਲਵੇ ਜਾਵਾਂਗੇ, ਤਾਂ ਪਾਵਨ ਆਦ ਬੀੜ ਧੀਰਮਲ ਤੋਂ ਮੰਗਾਂਗੇ, ਪਰ ਉਹ ਇਨਕਾਰ ਕਰ ਭੇਜੇਗਾ, ਤੇ ਅਸੀਂ ਫਿਰ ਦਮਦਮੇ ਨਿਵਾਸ ਕਰਕੇ ਸਮਗਰ ਬੀੜ ਆਪ ਰਚਾਂਗੇ। ਗੁਰਬਿਲਾਸ ਦੇ ਆਪਣੇ ਅੱਖਰ ਹਨ। ਸੁਨ ਕੇ ਹਮ ਤਾਹੇ ਕੇ ਬੈਨਨ ਕੋ, ਗੁਰ ਗ੍ਰੰਥ ਕੋ ਆਦ ਤੇ ਅੰਤ ਉਚਾਰੋ, ਅक्षर को एक भेद रह नहीं, और स्वरूप वहीं सो उतारो, काशी रचो तै मालव देश में, मुड़ पड़े होए बुध उधारो, नाव दमादम ताहे धरो, मोह सो पावन भीड़ के नाम संवारो, पुन मालव धर जाए कै काशी ताए बनाए, नाम धरो तै दमदमा, मुकत भुगत फलदाए। तहाँ आद गुरु ग्रंथ उचारो, नवम गुरु बाणी संग धारो, 59 शब्द सलोक 57, पढ़े वैराग लहे हथ डंजा, दमदमा काशी सम दुख होवे, बोबित सुध लिखारी होवे, बीड़ दमदमी जग प्रगटावे, पढ़े लिखे सो जन्म न आवे। दूसरा, पंथ प्रकाश ज्ञानी ज्ञान सिंह किरत इस बारे वधीक रोशनी पाउंदा है। अब दरबार दमदमा जहां, तंबू लगवा के गुर तहां, मनी सिंह को लिखन बिठै के, गुरु नानक का ध्यान तरह के, नित प्रत गुरु उचारी जैसे, बाणी लिखी मनी सिंह तैसे, बीड़ आद गुरु ग्रंथे जेही, करी दसम गुर त्यार उजेही, और पाठ सब वैसे राखा,
ਅੱਖਰ ਭੇਦ ਅਨਕ ਥਾਂ ਰਾਖਾ, ਸੋ ਭੇਦ ਸਿਆਣੇ ਸਿੱਖ ਜਾਨਤ, ਦਸਮ ਗੁਰੂ ਕੀ ਭੀੜ ਬਖਾਨਤ, और चार तिस पर तय पाए, दीप सिंह शहीद लिखाए, एक अकाल बुंगे एक पटने, तृतीय हजूर दयो हित पठने, चतुर्थ रखे दमदमे चाहे, बड़ बाबे ए चार सदाए, असल दसम गुरवाला ग्रंथ, रयो बृद दल पै मदपंथ, कलु कारा जब बड़ थियो, ग्रंथ दुरानी शाह सोलियो। तीसरा, ਪੰਥ ਪ੍ਰਕਾਸ਼ ਨੇ ਇਸ ਪਾਵਨ ਦਮਦਮੀ ਬੀੜ ਨੂੰ ਗੁਰਤਾ ਗੱਦੀ ਸਮਰਪਣ ਦਾ ਪ੍ਰਸੰਗ ਵੀ ਦਿੱਤਾ ਹੈ ਤੇ ਐਵੇਂ ਲਿਖਿਆ ਹੈ। ਤ੍ਰਿਤੀਆ ਕੇ ਦਿਨ ਸਿੰਘੋ ਨੇ ਮਿਲ ਅਰਜ਼ ਗੁਜ਼ਾਰੀ, ਹਮ ਜਾਨਿਓ ਤਨ ਤਜਨ ਕੀ ਤੁਮ ਕੀਨੀ ਤਿਆਰੀ, ਸੰਗਤ ਕੇ ਲੜਕੋਣ ਕੇ ਲਾ ਚਲੇ ਗੁਸਾਈ, ਬਿਨੈ दीनता सुन गुरु इम गिरा अलाई, अब हम सो गुर थाप हैं जो सुध उधारी, अजर अमर आखंड रह सद परोपकारी, भेद पख बिन सर्व को बांछत फल दे हैं, इम कै गुरु ग्रंथ का प्रकाश करे हैं, पैसे पांच नलेर लै तिस अगर टिकायो, कर परकर्मा गुरु जी निजमाथ चुकायो, गुरु ग्रंथ को गुर थापयो कुणका बटवायो, श्री मुख ते सब सिखन को इस हुक्म सुनायो। तथा ही श्री मुखवाक दोयरा, आज्ञा भई अकाल की तबै चलायो पंथ, सब सिखन को हुक्म है गुरु मान्यो ग्रंथ, गुरु ग्रंथ को मान्यो प्रगट गुरां की दे, जो प्रभ को मिल बोच है खोज शब्द में ले, सब गुरु प्रगट पए पूरन हर अवतार, जगमग जोत बिराजरी श्री गुरु ग्रंथ मजार, जो दर्स्यो चै गुरु को सो दर्शै गुरु ग्रंथ, पढ़ै सुनै स्वार्थ लहै परमारथ को पंथ, वाहिगुरु गुरु ग्रंथ जी उबे जहाज उदार, जो शरदा तर सेवें हैं सो उतरै पाओ पार। चौथा, ਗਿਆਨੀ ਜੀ ਦੇ ਇਸ ਗ੍ਰੰਥ ਵਿੱਚ ਬੀੜ ਦਮਦਮੇ ਰਚਣ ਦਾ ਸਮਤ ਸਾਡੀ ਨਜ਼ਰੇ ਨਹੀਂ ਪਿਆ, ਪਰ ਜਦ ਅਸੀਂ ਉਹਨਾਂ ਦੀ ਲਿਖੀ ਤਾਰੀਖ ਗੁਰੂ ਖਾਲਸਾ ਉਰਦੂ ਵਾਲੀ ਦੇਖਦੇ ਹਾਂ ਤਾਂ ਉੱਥੇ ਲਿਖਿਆ है, मौजा तलवंडी साबों में जब उन्होंने देखा कि हर तरफ से फरागत है और बादशाह की तरफ का भी खटका नहीं रहा, तो शुरू असूज सम्मत 1762 बिक्रमी में अपने कशफ बातनी और रूहानी ताकत से इस आद ग्रंथ साहब को, जिसे गुरु अर्जन साहब ने तालीफ किया था, तीरमल के ताहन से सुबकदोश होने के लिए अज सरे नौ तशनीफ करने लगे, यानी एक खैमा में बैठकर हर रोज सुबह से सेह पहर दिन चढ़े तक अपनी रूहानी कुव्वत से इलाही कलामात को जो आद ग्रंथ साहब में मुंदरज थे हरफ ब हरफ जुबान मुबारक से बोलते जाते और भाई मनी सिंह जी खेमा के बाहर कलमबद्ध करते जाते। इस ग्रंथ साहब में उन्होंने अपने वालिद बुजुर्गवार के कलामात दर्ज किए और इसका नाम दमदमा वाली भीड़ मशहूर किया। फिर इसी ग्रंथ साहिब से और बहुत सारे ग्रंथ साहिब नकल किए गए। ये ग्रंथ साहिब जिसको खुद गुरु गोबिंद साहिब ने दमदमा के मुकाम पर तसनीफ फरमाया, वो बजिन से ही हरफ ब हरफ वो आद गुरु ग्रंथ साहिब की गोया नकल है, जिसको गुरु अर्जन साहिब ने तालीफ किया था। पंजवां, इसे तरह खालसा तारीख गुरमुखी हिस्सा तीजा दे पन्ना 882 पर भी ਇਹ ਉਗਾਈ ਕੁਝ ਮਿਲਦੇ ਜੁਲਦੇ ਅੱਖਰਾਂ ਵਿੱਚ ਉਹਨਾਂ ਨੇ ਭਰੀ ਹੈ ਤੇ 990 ਸਫੇ ਤੇ ਇਸੇ ਬੀੜ ਨੂੰ ਗੁਰਤਾ ਗੱਦੀ ਸਮਰਪਣ ਦਾ ਲੇਖ ਦਿੱਤਾ ਹੈ। 6ਵਾਂ, ਆਰੀਆ ਸਮਾਜੀ ਲਾਲਾ ਦੌਲਤ ਰਾਏ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਸਾਖੀ ਲਿਖੀ ਹੈ। ਉਹ ਵੀ ਆਪਣੀ ਰਚਨਾ ਵਿੱਚ ਦਮਦਮੇ ਬੀੜ ਰਚੇ ਜਾਣ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ, ਇਸ ਦਮਦਮੇ ਦੇ ਸਥਾਨ ਪਰ ਆਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਫਿਰ ਉਤਾਰਾ ਕੀਤਾ ਤੇ ਉਸ ਵਿਖੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵਧਾਇਆ, ਜਿਸ ਨੂੰ ਹੁਣ ਤੱਕ ਦਮਦਮੇ ਵਾਲੀ ਬੀੜ ਕਰਕੇ ਉਚਾਰਦੇ ਹਨ। 7ਵਾਂ, ਸਿੱਖ ਇਤਿਹਾਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਲਿਖਣ ਵਾਲੇ ਮਿਸਟਰ ਮੈਕਸ ਆਰਥਰ ਮੈਕਾਲਫ ਵੀ ਆਪਣੇ ਪੁਸਤਕ ਦੀ ਸਿੱਖ ਰਿਲੀਜਨ ਦੀ 5ਵੀਂ ਜਿਲਦ ਦੇ ਪੰਨਾ 223 ਵਿੱਚ ਜੋ ਲਿਖਦੇ ਹਨ, ਉਸ ਦਾ ਤਰਜਮਾ
ਕਿ ਜਦ ਸਤਿਗੁਰੂ ਜੀ ਨੇ ਦਮਦਮੇ ਨਿਵਾਸ ਕੀਤਾ ਤਾਂ ਆਪ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਵਾਇਆ। ਉਸ ਵਿੱਚ ਆਪ ਨੇ ਆਪਣੇ ਪੂਜੀਏ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਸਲੋਕ ਪਹਿਲੀ ਵਾਰ ਇਸ ਭੀੜ ਵਿੱਚ ਚੜਾਏ। 8ਵਾਂ, ਮੈਕਾਲਫ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਂਦੇੜ ਵਿਖੇ ਕਲਗੀਧਰ ਪਾਤਸ਼ਾਹ ਦੁਆਰਾ ਗੁਰਤਾ ਗੱਦੀ ਸਮਰਪਿਤ ਹੋਣ ਦਾ ਵਾਕਿਆ ਵੀ ਜੋ ਲਿਖਿਆ ਹੈ ਉਸ ਦਾ ਤਰਜਮਾ ਇਸ ਪ੍ਰਕਾਰ ਹੈ। ਇਸ ਦਾ ਭਾਵ ਸਪਸ਼ਟ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੱਤਕ ਸੁਦੀ ਪੰਚਮੀ 1765 ਬਿਕਰਮੀ 1708 ਈਸਵੀ ਨੂੰ ਜੋਤੀ ਜੋਤ ਸਮਾਉਣ ਲੱਗੇ ਤੇ ਸਿੱਖਾਂ ਨੇ ਪੁੱਛਿਆ ਕਿ ਖਾਲਸੇ ਨੂੰ ਕਿਸ ਦਾ ਪੱਲਾ ਫੜਾ ਚੱਲੇ ਹੋ, ਤਾਂ ਸ੍ਰੀ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ 5 ਪੈਸੇ ਤੇ ਨਾਰੀਅਲ ਅੱਗੇ ਰੱਖ ਮੱਥਾ ਟੇਕ ਕੇ ਆਪਣਾ ਜਾਨਸ਼ੀਨ ਥਾਪ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਉਂਦਿਆਂ ਪਵਿੱਤਰ ਭੀੜ ਦੀ ਪਰਿਕਰਮਾ ਕੀਤੀ ਤੇ ਫਰਮਾਇਆ, ਉਹ ਪਿਆਰੇ ਖਾਲਸਾ, ਜਿਸ ਨੇ ਮੇਰਾ ਦਰਸ਼ਨ ਕਰਨਾ ਹੋਵੇ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ। ਗੁਰੂ ਗ੍ਰੰਥ ਸਾਹਿਬ ਪ੍ਰਤੱਖ ਗੁਰਾਂ ਦੀ ਦੇਹ ਹੈ, ਸਦਾ ਇਸ ਦੀ ਆਗਿਆ ਵਿੱਚ ਚੱਲਣਾ। ਜੋ ਮੈਨੂੰ ਮਿਲਣਾ ਚਾਹੇ ਉਹ ਇਸ ਦੇ ਸ਼ਬਦਾਂ ਦੁਆਰਾ ਮੈਨੂੰ ਢੂੰਢੇ। 9ਵਾਂ, ਮਹਾਨ ਕੋਸ਼ ਦੇ ਕਰਤਾ ਸਰਦਾਰ ਬਹਾਦਰ ਭਾਈ ਕਾਨ ਸਿੰਘ ਜੀ ਨਾਭਾ ਨਿਵਾਸੀ ਵੀ ਦਮਦਮੀ ਬੀੜ ਦੇ ਸੰਬੰਧ ਵਿੱਚ ਆਪਣੀ ਸਾਖ ਇਉਂ ਭਰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸੁਆਮੀ ਨੇ ਦਮਦਮੇ ਦੇ ਮੁਕਾਮ ਸੰਮਤ 1762-63 ਬਿਕਰਮੀ ਵਿੱਚ ਜੋ ਆਤਮਿਕ ਸ਼ਕਤੀ ਨਾਲ ਕੰਠ ਤੋਂ ਬਾਣੀ ਉਚਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਲਿਖਵਾਇਆ, ਉਸ ਦਾ ਨਾਮ 10ਵੇਂ ਪਾਤਸ਼ਾਹ ਦਾ ਗ੍ਰੰਥ ਸਾਹਿਬ ਹੋਇਆ। ਪਰ ਪ੍ਰਸਿੱਧ ਨਾਮ ਦਮਦਮੇ ਵਾਲੀ ਬੀੜ ਹੈ। ਇਸ ਵਿੱਚ ਜੈ ਜੈਵੰਤੀ ਸਮੇਤ 31 ਰਾਗ ਹਨ। ਇਹ ਦਮਦਮੇ ਵਾਲੀ ਜਿਲਦ ਸਮੇਤ 1818 ਵਿੱਚ ਕੁਪਰਹੀੜੇ ਦੇ ਜੰਗ ਵੱਡੇ ਕਲੂਕਾਰੇ ਵਿੱਚ ਖਾਲਸਾ ਦਲ ਦੇ ਹੱਥੋਂ ਜਾਂਦੀ ਰਹੀ, ਪਰ ਇਸ ਤੋਂ ਪਹਿਲਾਂ ਇਸ ਦੀਆਂ ਬਹੁਤ ਕਾਪੀਆਂ ਹੋ ਚੁੱਕੀਆਂ ਸਨ। ਗ੍ਰੰਥ ਸਾਹਿਬ ਨਾਲ ਗੁਰੂ ਸ਼ਬਦ ਸੰਮਤ 1765 ਬਿਕਰਮੀ ਤੋਂ ਲਾਉਣਾ ਆਰੰਭ ਹੋਇਆ, ਜਿਸ ਵੇਲੇ ਅਬਚਲ ਨਗਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਸਿੱਖ ਧਰਮ ਦੇ ਆਧਾਰ ਰੂਪ ਗ੍ਰੰਥ ਨੂੰ ਦਿੱਤੀ। 10ਵਾਂ, ਗੁਰੂ ਗ੍ਰੰਥ ਸਾਹਿਬ ਜਦੋਂ ਪਾਤਸ਼ਾਹੀਆਂ ਦੇ ਸਰੂਪ ਵਿੱਚ ਗੁਰਤਾ ਗੱਦੀ ਪਰ ਵਿਰਾਜਮਾਨ ਹਨ, ਖਾਲਸੇ ਦੇ ਗੁਰੂ ਹਨ ਤੇ ਖਾਲਸੇ ਨੂੰ ਇਸ ਦਾ ਗੁਰੂ ਸਰੂਪ ਵਿੱਚ ਵੇਖਣਾ ਤੇ ਸਤਿਕਾਰਨਾ ਸਿੱਖੀ ਦੀ ਸਨਮੁਖਤਾ ਹੈ। ਕਵੀ ਸੰਤੋਖ ਸਿੰਘ ਜੀ ਤੋਂ ਭਾਵੇਂ ਦਮਦਮੇ ਬੀੜ ਰਚੀ ਜਾਣ ਦਾ ਪ੍ਰਸੰਗ ਰਹਿ ਗਿਆ ਹੈ, ਪਰ ਸਿੱਖੀ ਦੀ ਇਸ ਭਾਵਨਾ ਦੇ ਉਹ ਜਾਣਕਾਰ, ਪੈਰੋਕਾਰ ਤੇ ਖੁਦ ਪ੍ਰਚਾਰਕ ਸਨ। ਆਪ ਲਿਖਦੇ ਹਨ, ਸ੍ਰੀ ਗੁਰੂ ਕੇਰ ਸ਼ਰੀਰ ਜੂਊ ਸਭ ਥਾਨ ਸਮੇਂ ਸਭਨਾ ਦਰਸੇ हैं, ग्रंथ हृदा गुर कोए जानो, उत्तम है सब काल रहे हैं। मेरे स्वरूप ते याते हैं दीरग, साहिब जान अदायब के हैं। पूजो चंदन केसर को कस, धूप तो खाए के फूल चढ़े हैं। वेद पुराण महान महात्म जाए, बखान करें समुदाय। अंत न पावत शेष न सारद, नेत ही नेत अशेष बताए। जो सर्वोत्तम जो सर्वाश्रय, ताही को नाम इसी में गाए। नाम सो नामी को भेद नहीं, ए मूरत श्री करतार सोआए। 11वां, इसे तरह ਬੰਸਾਵਲੀ ਨਾਮੇ ਦੇ ਲੇਖਕ ਭਾਈ ਕੇਸਰ ਸਿੰਘ ਛਿੱਬਰ ਜੀ ਵੀ ਕਹਿੰਦੇ ਹਨ ਕਿ ਸਾਡਾ ਗੁਰੂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ਼ਟ ਭਾਵਨਾ ਸਿੱਖੀ ਦੀ ਸਨਮੁਖਤਾ ਹੈ। ਸਿੱਖੀ ਦੇ ਘਰ ਰਲਣ ਦੀ ਪੱਕੀ ਨਿਸ਼ਾਨੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾ ਮੰਨਣਾ ਬੇਮੁਖਤਾ ਹੈ। ਜੋ ਗ੍ਰੰਥ ਸਾਹਿਬ ਜੀ ਤੇ ਮੁੜੇ, ਨਿਸ਼ਚੈ ਸੋਈ ਜਾਨੋ ਰੁੜੇ। ਸਿੰਘ ਕੇਸਰ ਛਿੱਬਰ ਕੀਆ ਬਖਾਨੇ, मेरी आखे रति न माने। गुर कया साकार कमावो, जेकर गुरु के सिख अखवावो। आज के समय ग्रंथ साहिब है गुरु हमारा, आगे 10वां पातशाह लाए बैठत दरबारा। जो शंका होती सब पूछ लेते, अब तिनके आसन गुरु ग्रंथ जी उत्तर हैं देते। बेमुखां दी हकीकत बचित्र नाटक दे ध्याय 13वें है कही। सो आख जो ग्रंथ जी ना मने, सो बेमुख पक्का है सही। गुरु का सिख पक्का जानो सोई, ग्रंथ बचन सतकर माने जो कोई। ग्रंथ गुरु दे कहे जो चलेगा, सोई गुरु के घर सिखी रलेगा। वाहिगुरु जी का खालसा, वाहिगुरु जी की फतेह।